ਕਹਿੰਦੇ ਹਨ ਕਿ ਬੱਚੇ ਸੱਚੇ ਹੋ ਜਾਂਦੇ ਹਨ। ਬੱਚਿਆਂ ਦੇ ਮਨ ਵਿੱਚ ਇੱਕ ਵਾਰ ਕੋਈ ਗੱਲ ਫਸ ਜਾਂਦੀ ਤਾਂ ਉਹ ਉਸ ਨੂੰ ਸੱਚ ਮੰਨ ਲੈਂਦੇ ਹਨ। ਅੱਜ ਦੀ ਸਾਡੀ ਕਹਾਣੀ ਇਹ ਬੱਚੇ ਕਦੋਂ ਸਮਝਦਾਰ ਹੋਣਗੇ ਇਸ 'ਤੇ ਆਧਾਰਿਤ ਹੈ। ਆਓ ਦੇਖੀਏ ਕਿ ਪਰਿਵਾਰ ਅਤੇ ਪਰਿਵਾਰ ਦੇ ਕਲੇਸ਼ ਦੇ ਵਿਚਕਾਰ ਪਰਿਵਾਰ ਦੇ ਬੱਚੇ ਕੀ ਸਿੱਖਦੇ ਹਨ। ਅਮਨਦੀਪ ਜੀ ਹੁਣ ਸੇਵਾ ਮੁਕਤ ਹੋ ਚੁੱਕੇ ਸਨ। ਉਹ ਅਧਿਆਪਕ ਸੀ। ਉਹ ਇੱਕ ਮਿਹਨਤੀ ਅਧਿਆਪਕ ਵਜੋਂ ਜਾਣਿਆ ਜਾਂਦਾ ਸੀ। ਅਮਨ ਜੀ ਦਾ ਆਪਣੇ ਕਈ ਵਿਦਿਆਰਥੀਆਂ ਨਾਲ ਭਾਵਨਾਤਮਕ ਰਿਸ਼ਤਾ ਸੀ। ਸੇਵਾ ਮੁਕਤੀ ਤੋਂ ਬਾਅਦ ਵੀ ਬਹੁਤ ਸਾਰੇ ਅਜਿਹੇ ਵਿਦਿਆਰਥੀ ਸਨ ਜੋ ਸਫਲ ਹੋਏ ਅਤੇ ਜੇਕਰ ਉਹ ਕਿਤੇ ਵੀ ਮਿਲ ਜਾਂਦੇ ਤਾਂ ਅਮਨ ਜੀ ਦੇ ਚਰਨਾਂ ਵਿੱਚ ਜਾ ਡਿੱਗਦੇ। ਇਸ ਸਨਮਾਨ ਦੇ ਸਾਹਮਣੇ ਅਮਨ ਜੀ ਨੂੰ ਉਹਨਾਂ ਦੀ ਕਾਫੀ ਪੈਨਸ਼ਨ ਦੀ ਛੋਟੀ ਜਾਪਦੀ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਅਸੀਂ ਵਿਦਿਆਰਥੀਆਂ ਵਿੱਚ ਸਿੱਖਿਆ ਨੂੰ ਇੱਕ ਸੱਭਿਆਚਾਰਕ ਦੇ ਰੂਪ ਵਿੱਚ ਬਿਠਾਇਆ ਹੈ। ਹੁਣ ਸਿੱਖਿਆ ਵੀ ਸੇਵਾ ਖੇਤਰ ਦਾ ਇੱਕ ਹਿੱਸਾ ਹੈ। ਅਧਿਆਪਕ ਲਈ ਵਿਦਿਆਰਥੀ ਇੱਕ ਗ੍ਰਾਹਕ ਹੈ ਅਤੇ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਲਈ ਅਧਿਆਪਕ ਇੱਕ ਹੈ ਸਰਵਿਸ ਪ੍ਰੋਵਾਈਡਰ। ਫਿਰ ਉਹ ਲੰਮਾ ਸਾਹ ਲੈ ਕੇ ਬੋਲਿਆ, ਅਸੀਂ ਆਪਣੀ ਜ਼ਿੰਦਗੀ ਸਹੀ ਸਮੇਂ 'ਤੇ ਲੰਘਾਈ ਹੈ। ਅਮਨ ਜੀ ਦੀ ਇੱਕ ਬੇਟੀ ਤੇ 2 ਪੁੱਤਰ ਸਨ। ਵੱਡਾ ਪੁੱਤਰ ਇੰਦਰ ਇੰਜੀਨੀਅਰ ਸੀ। ਉਹ ਚੰਡੀਗੜ੍ਹ ਵਿੱਚ ਆਪਣੀ ਪਤੀ ਰੇਖਾ, ਇੱਕ ਪੁੱਤਰ ਰੋਹਣ ਅਤੇ ਇੱਕ ਧੀ ਰੋਹਿਣੀ ਨਾਲ ਰਹਿੰਦਾ ਸੀ, ਜਦਕਿ ਛੋਟਾ ਪੁੱਤਰ ਰਜਿੰਦਰ ਅਮਨ ਜੀ ਦੇ ਨਾਲ ਰਹਿੰਦਾ ਸੀ। ਉਹ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਦਾ ਸੀ, ਚੰਗੀ ਕਮਾਈ ਕਰਦਾ ਸੀ। ਉਹਨਾਂ ਦਾ ਇੱਕ ਬੇਟਾ ਸਿਖਰ ਅਤੇ ਇੱਕ ਬੇਟੀ ਸਿਖਾ ਵੀ ਸੀ। ਅਮਨ ਜੀ ਦੀ ਪਤਨੀ ਪ੍ਰੇਮਲਤਾ ਅਤੇ ਬੇਟੀ ਆਭਾ ਅਤੇ ਛੋਟੇ ਪੁੱਤਰ ਦਾ ਪਰਿਵਾਰ ਉਹਨਾਂ ਦੇ ਜੱਦੀ ਨਿਵਾਸ ਮੇਠ ਵਿੱਚ ਹੀ ਉਹਨਾਂ ਦੇ ਨਾਲ ਰਹਿੰਦਾ ਸੀ। ਧੀ ਦਾ ਅਜੇ ਵਿਆਹ ਨਹੀਂ ਹੋਇਆ ਸੀ। ਅਮਨ ਜੀ ਨੂੰ ਸਿਰਫ ਇਹੀ ਚਿੰਤਾ ਸੀ ਕਿ ਨੌਕਰੀ ਕਰਦੇ ਹੋਏ ਉਹਨਾਂ ਦੀ ਧੀ ਦਾ ਵਿਆਹ ਨਾ ਹੋ ਜਾਵੇ। ਪ੍ਰੇਮਲਤਾ ਜੀ ਵੀ ਇਸ ਵਿਸ਼ੇ ਨੂੰ ਲੈ ਕੇ ਥੋੜ੍ਹੀ ਚਿੰਤਤ ਰਹਿੰਦੀਆਂ ਸਨ। ਇਸ ਕਾਰਨ ਅਮਨ ਜੀ ਨੇ ਆਪਣਾ ਫੰਡ ਕਿਸੇ ਨੂੰ ਨਹੀਂ ਦਿੱਤਾ। ਉਹ ਸੋਚਦਾ ਸੀ ਕਿ ਆਭਾ ਦਾ ਵਿਆਹ ਬੇਟਿਆਂ ਦੀ ਜਿੱਦ ਕੀਤੇ ਬਿਨਾਂ ਹੀ ਸਹੀ ਢੰਗ ਨਾਲ ਕਰਵਾ ਕੇ ਜੋ ਬਚਿਆ ਹੈ ਉਹ ਪੁੱਤਰਾਂ ਨੂੰ ਦੇ ਦੇਵੇਗਾ। ਅਮਨ ਜੀ ਜਿੰਨੇ ਨਰਮ ਬੋਲਣ ਵਾਲੇ ਸਨ, ਪ੍ਰੇਮਲਤਾ ਜੀ ਓਨੇ ਹੀ ਸਖਤ ਸਨ। ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ, ਫਿਰ ਵੀ ਕਿਸੇ ਵੀ ਵਿਸ਼ੇ ਨਾਲ ਜੁੜੇ ਰਹਿਣਾ ਉਸਦਾ ਸੁਭਾਅ ਸੀ। ਅਮਨ ਜੀ ਨੇ ਸਾਰੀ ਉਮਰ ਉਸ ਨੂੰ ਰੋਕਣ ਦੀ ਹਿੰਮਤ ਨਹੀਂ ਜਤਾਈ। ਪ੍ਰੇਮਲਤਾ ਜੀ ਦਾ ਆਪਣੀ ਨੂੰਹਾਂ ਨਾਲ ਵੀ ਅਜਿਹਾ ਹੀ ਸੁਭਾਅ ਸੀ। ਵੱਡੀ ਨੂੰਹ ਇੱਕ ਆਧੁਨਿਕ ਪਰਿਵਾਰ ਵਿੱਚੋਂ ਸੀ ਅਤੇ ਪ੍ਰੇਮਲਤਾ ਜੀ ਦਾ ਵੱਡਾ ਪੁੱਤਰ ਵੀ ਚੰਗੀ ਕਮਾਈ ਕਰਦਾ ਸੀ। ਇਸ ਲਈ ਪ੍ਰੇਮਲਤਾ ਜੀ ਆਪਣੀ ਵੱਡੀ ਨੂੰਹ ਤੋਂ ਵੱਧ ਨਹੀਂ ਬਣਿਆ। ਇੱਥੋਂ ਤੱਕ ਕਿ ਅਮਨ ਜੀ ਅਤੇ ਪ੍ਰੇਮਲਤਾ ਜੀ ਨੇ ਆਪਣੇ ਪੋਤੇ ਪੋਤੀਆਂ ਨੂੰ ਯਾਦ ਕੀਤਾ, ਪਰ ਪ੍ਰੇਮਲਤਾ ਜੀ ਵੀ ਝੁਕਣ ਲਈ ਤਿਆਰ ਨਹੀਂ ਸਨ। ਇਸੇ ਲਈ ਬਸ ਜਿਵੇਂ ਚੱਲ ਰਿਹਾ ਸੀ। ਭਾਵੇਂ ਛੋਟੀ ਨੂੰਹ ਰਸ਼ਮੀ ਵੀ ਪ੍ਰੇਮਲਤਾ ਜੀ ਦੇ ਸੁਭਾਅ ਤੋਂ ਤੰਗ ਸੀ, ਪਰ ਪਤੀ ਦੇ ਦਬਾਅ ਕਾਰਨ ਚੁੱਪ ਰਹੀ। ਪ੍ਰੇਮਲਤਾ ਜੀ ਅਕਸਰ ਆਪਣੇ ਛੋਟੇ ਬੇਟੇ ਨੂੰ ਤਾਨੇ ਮਾਰਦੇ ਸਨ। ਵੱਡੇ ਨੇ ਸਖਤ ਮਿਹਨਤ ਕੀਤੀ ਅਤੇ ਅੰਨ੍ਹੇਵਾਹ ਕਮਾਈ ਕਰਕੇ ਵੱਡੇ ਅਹੁਦੇ 'ਤੇ ਚਲੇ ਗਏ ਅਤੇ ਤੁਸੀਂ ਉਹ ਜੋ ਸਿਰਫ 10-15 ਹਜ਼ਾਰ 'ਤੇ ਹੀ ਫਸੇ ਹੋਏ ਹੋ। ਉਸ ਦੀ ਪਤਨੀ ਵੀ MA BA ਆ, ਉਹ ਵੀ ਕਮਾਈ ਕਰਦੀ ਹੈ। ਤੁਹਾਡੀ ਪਤਨੀ ਵੀ BA। ਰਸ਼ਮੀ ਆਪਣੀ ਸੱਸ ਦੇ ਇਹਨਾਂ ਸ਼ਬਦਾਂ ਤੋਂ ਚਿੜ ਜਾਂਦੀ ਹੈ ਅਤੇ ਆਪਣੇ ਪਤੀ ਰਜਿੰਦਰ ਨੂੰ ਕਹਿੰਦੀ ਹੈ, ਅਸੀਂ ਕਿਸੇ ਤੋਂ ਘੱਟ ਜਾਂ ਜ਼ਿਆਦਾ ਮੰਗਣ ਵਾਲੇ ਨਹੀਂ ਹਾਂ। ਵੱਡੀ ਨੂੰਹ ਤੇ ਪੁੱਤ ਪੁੱਛਦੇ ਵੀ ਨਹੀਂ, ਸਿਰਫ ਸਲਾਹ ਹੀ ਕਰਦੇ ਹਨ। ਆਪਣੀ ਪਤਨੀ ਨੂੰ ਸਮਝਾਉਂਦੇ ਹੋਏ ਰਜਿੰਦਰ ਨੇ ਲక్ష్ਮੀ ਨੂੰ ਕਿਹਾ, ਦੋਸਤ 60 ਸਾਲ ਦੀ ਉਮਰ 'ਚ ਮਾਂ ਆਪਣੀ ਆਦਤ ਨਹੀਂ ਬਦਲ ਸਕੇਗੀ, ਇਸ ਲਈ ਥੋੜਾ ਸਾਨੂੰ ਹੀ ਐਡਜਸਟ ਕਰਨਾ ਪਵੇਗਾ। ਮੈਨੂੰ ਇਹ ਕਹਿਣ ਦੀ। ਇਸ 'ਤੇ ਲక్ష్ਮੀ ਨੇ ਜਵਾਬ ਦਿੱਤਾ, ਸਾਡੀ ਵੀ ਮਾਂ ਹੈ, ਉਹਨਾਂ ਦੀ ਵੀ ਨੂੰਹਾਂ ਹਨ, ਸਾਡੇ ਥਾਂ 'ਤੇ ਅਜਿਹਾ ਨਹੀਂ ਹੁੰਦਾ। ਰਜਿੰਦਰ ਨੇ ਪਿੱਛੇ ਛਡਾਉਣ ਦੇ ਅੰਦਾਜ਼ ਵਿੱਚ ਛੱਡ ਨਾ ਯਾਰ ਕਿਹਾ। ਲక్ష్ਮੀ ਨੇ ਗੁੱਸੇ ਨਾਲ ਕਿਹਾ, ਮੈਂ ਕੀ ਛੱਡਾਂ, ਸਕੂਲ ਦੀ ਫੀਸ ਦੇ ਨਾਂ 'ਤੇ 2 ਲੱਖ ਦੀ ਮੰਗ ਕੀਤੀ, ਨਾਲੇ ਤੇਰੀ ਮਾਂ ਵੀ ਇੰਨੇ ਵਧੀਆ ਤਰੀਕੇ ਨਾਲ ਕਹਿੰਦੀ ਹੈ। ਇੰਦਰਾ ਨੇ ਘਰ ਅਤੇ ਕਾਰ ਦੇ ਨਾਂ 'ਤੇ ਲੋਨ ਲਿਆ ਹੈ, ਤਨਖਾਹ ਉਸ ਵਿੱਚ ਜਾਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਚੇ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਫੀਸਾਂ ਵੀ ਜ਼ਿਆਦਾ ਹਨ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਲక్ష్ਮੀ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ, ਲੋੜ ਜ਼ਰੂਰਤ ਕੁਝ ਨਹੀਂ ਹੈ, ਬਸ ਮਾਲ ਇਕੱਠਾ ਕਰਨਾ ਹੈ। ਵੈਸੇ ਤਾਂ ਵੱਡੀ ਨੂੰਹ ਵੀ ਇੱਥੇ ਨਹੀਂ ਆਉਂਦੀ ਜਦੋਂ ਲੋੜ ਹੁੰਦੀ ਹੈ। ਪਤਾ ਨਹੀਂ ਮੈਨੂੰ ਫੋਨ ਕਰਨ ਦਾ ਕੀ ਅਹਿਸਾਸ ਹੁੰਦਾ ਹੈ, ਬਸ ਸਾਰੇ ਫੰਡ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਜਿੰਦਰ ਨੇ ਗੁੱਸੇ ਨਾਲ ਕਿਹਾ, ਦੋਸਤ ਤੇਰਾ ਕੀ ਦਰਦ ਹੈ, ਇਹ ਤਾਂ ਉਹਨਾਂ ਦਾ ਪੈਸਾ ਹੈ ਤੇ ਵੈਸੇ ਵੀ ਇੰਨਾ ਵਿਸ਼ਵਾਸ ਰੱਖ, ਮਾਂ ਕਿਸੇ ਨੂੰ ਮਰਨ ਨਹੀਂ ਦੇਵੇਗੀ। ਲక్ష్ਮੀ ਨੇ ਵੀ ਸਿਰ ਹਿਲਾ ਕੇ ਕਿਹਾ, ਮੈਨੂੰ ਕਿਸੇ ਦੇ ਹਿੱਸੇ ਦੀ ਲੋੜ ਨਹੀਂ। ਮੈਨੂੰ ਗੁੱਸਾ ਆਉਂਦਾ ਹੈ ਜਦੋਂ ਉਹ ਤੁਹਾਨੂੰ ਕਹਿੰਦੀ ਹੈ ਕਿ ਤੁਹਾਡੀ ਕਮਾਈ ਉਸਦੇ ਵੱਡੇ ਪੁੱਤਰ ਨਾਲੋਂ ਘੱਟ ਹੈ। ਜੇ ਘੱਟ ਹੈ ਤਾਂ ਇਹ ਹੈ, ਅਸੀਂ ਕਿਸੇ ਅੱਗੇ ਹੱਥ ਨਹੀਂ ਫੈਲਾਉਂਦੇ, ਆਪਣੇ ਦਾਇਰੇ ਮੁਤਾਬਕ ਚੱਲਦੇ ਹਾਂ। ਮੈਨੂੰ ਇਸ ਤੋਂ ਬਾਅਦ ਵੀ ਮਹਿੰਗਾ ਲੱਗਦਾ ਹੈ। ਰਜਿੰਦਰ ਬਾਹਰ ਚਲਾ ਗਿਆ। ਇਸ ਤਰ੍ਹਾਂ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਰਜਿੰਦਰ ਵੀ ਹੁਣ ਇਸ ਝਗੜੇ ਨੂੰ ਸੰਭਾਲਣ ਦੀ ਕਲਾ ਵਿੱਚ ਮਹਾਰਤ ਹਾਸਲ ਕਰ ਚੁੱਕਾ ਸੀ। ਅਮਨ ਜੀ ਦੀ ਵੱਡੀ ਨੂੰਹ ਆਪਣੀ ਸੱਸ ਕੋਲ ਆਵੇ ਜਾਂ ਨਾ,
ਪਰ ਇੰਦਰ ਅਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਸਨ। ਮੇਘਾ ਨੂੰ ਇਸ ਬਾਰੇ ਪਤਾ ਸੀ ਪਰ ਚੁੱਪ ਰਹੀ। ਹਾਲਾਂਕਿ ਉਸ ਨੂੰ ਇਹ ਵੀ ਡਰ ਰਹਿੰਦਾ ਸੀ ਕਿ ਇਸ ਤਰ੍ਹਾਂ ਉਸਦੇ ਮਾਪੇ ਉਸਦੇ ਵਿਆਹ ਲਈ ਕੁਝ ਬਚਾ ਲੈਣਗੇ ਜਾਂ ਨਹੀਂ। ਬਾਹਰ ਬਰਾਂਡੇ ਵਿੱਚ ਕੁਰਸੀਆਂ ਅਤੇ ਸੋਫੇ ਪਏ ਸਨ ਜਿੱਥੇ ਅਮਨ ਜੀ ਅਤੇ ਪ੍ਰੇਮਲਤਾ ਜੀ ਬੈਠੇ ਸਨ ਅਤੇ ਆਪਣੇ ਪੋਤੇ ਅਤੇ ਪੋਤੀ ਨੂੰ ਪਾਲ ਰਹੇ ਸਨ। ਅੰਦਰ ਬੈਠੀ ਆਵਾ ਵੀ ਟੀਵੀ ਦੇਖ ਰਹੀ ਸੀ। ਰਜਿੰਦਰ ਆ ਕੇ ਅਮਨ ਜੀ ਕੋਲ ਬੈਠ ਗਿਆ। ਉਹਨਾਂ ਵਿਚਕਾਰ ਕੁਝ ਗੱਲਾਂ ਹੋਣ ਲੱਗੀਆਂ। ਫਿਰ ਰਜਿੰਦਰ ਦੇ ਫੋਨ ਤੇ ਰੇਖਾ ਦਾ ਕਾਲ ਆਇਆ। ਰਜਿੰਦਰ ਉੱਠ ਕੇ ਚਲਾ ਗਿਆ। ਰਜਿੰਦਰ ਕਾਫੀ ਦੇਰ ਗੱਲਾਂ ਕਰਦਾ ਰਿਹਾ ਤੇ ਵਾਪਸ ਆਉਂਦਾ ਹੀ ਬੋਲਿਆ, ਪਰਸੋਂ ਮਾਂ, ਭਰਾ ਤੇ ਭਾਬੀ ਆ ਰਹੇ ਹਨ। ਅਮਨ ਜੀ ਝਟਕੇ ਨਾਲ ਉੱਠ ਕੇ ਬੋਲੇ, ਇਹ ਵੀ ਤੇਰੇ ਨਾਲ ਆ ਰਹੇ ਹਨ? ਇੰਦਰਾ ਜੀ ਨੇ ਸਹਿਮਤੀ ਵਿੱਚ ਸਿਰ ਹਿਲਾਇਆ। ਬੱਚਿਆਂ ਦੇ ਆਉਣ ਦੀ ਖਬਰ ਸੁਣ ਕੇ ਇੰਦਰਾ, ਪ੍ਰੇਮਲਤਾ ਜੀ, ਅਮਨ ਜੀ ਅਤੇ ਆਵਾ ਸਭ ਖੁਸ਼ ਸਨ। ਕਰੀਬ 3 ਸਾਲ ਬਾਅਦ ਬੱਚੇ ਆ ਰਹੇ ਸਨ। ਇਹ ਸੁਣ ਕੇ ਆਵਾ ਆਪਣੀ ਭਾਬੀ ਰਸ਼ਮੀ ਕੋਲ ਗਈ ਤੇ ਕਹਿਣ ਲੱਗੀ, 2 ਲੱਖ ਦਾ ਅਸਰ ਦੇਖਿਆ, ਭਾਬੀ 3 ਸਾਲ ਬਾਅਦ ਘਰ ਆ ਰਹੀ ਹੈ। ਲక్ష్ਮੀ ਨੇ ਲੰਮਾ ਸਾਹ ਲਿਆ ਤੇ ਕਿਹਾ, ਹਾਂ ਮੈਂ ਦੇਖ ਰਹੀ ਹਾਂ। ਲక్ష్ਮੀ ਅਤੇ ਆਵਾ ਦਾ ਰਿਸ਼ਤਾ ਮਿੱਠਾ ਸੀ। ਇਹ ਸੁਣ ਕੇ ਘਰ ਦੇ ਸਾਰੇ ਲੋਕ ਬਹੁਤ ਖੁਸ਼ ਹੋਏ। ਜਲਦੀ ਹੀ ਉਹ ਦਿਨ ਆ ਗਿਆ ਜਦੋਂ ਬੱਚੇ ਘਰ ਆਏ। ਰੋਹਨ ਹੁਣ ਬਹੁਤ ਜਵਾਨ ਲੱਗ ਰਿਹਾ ਸੀ। ਉਹ ਹੁਣ 10ਵੀਂ ਵਿੱਚ ਸੀ। ਆਵਾਜ਼ ਵੀ ਥੋੜੀ ਭਾਰੀ ਹੋ ਗਈ ਸੀ। ਰੋਹਣੀ ਹੁਣ ਛੋਟੀ ਬੱਚੀ ਨਹੀਂ ਰਹੀ ਸੀ, ਉਹ ਵੀ 7ਵੀਂ ਜਮਾਤ ਵਿੱਚ ਦਾਖਲ ਹੋ ਚੁੱਕੀ ਸੀ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਆਵਾ ਅਤੇ ਰਸ਼ਮੀ ਵੀ ਰੌਲੇ ਰੱਪੇ 'ਚ ਖੁਸ਼ ਸਨ ਅਤੇ ਰੇਖਾ ਨਾਲ ਕਾਫੀ ਗੱਲਾਂ ਕਰ ਰਹੀਆਂ ਸਨ। ਰੋਹਨ ਅਤੇ ਰੋਹਣੀ ਸ਼ਿਖਾ ਅਤੇ ਸਿਖਰ ਨਾਲ ਖੇਡ ਰਹੇ ਸਨ। ਸ਼ਿਖਾ ਸਿਰਫ 9 ਸਾਲ ਦੀ ਸੀ ਅਤੇ ਸਿਖਰ 5 ਸਾਲ ਦੇ ਸਨ। ਰੋਹਨ ਅਤੇ ਰੋਹਣੀ ਵੀ ਸ਼ਿਖਾ ਅਤੇ ਸਿਖਰ ਨੂੰ ਦੇਖ ਕੇ ਬਹੁਤ ਖੁਸ਼ ਹੋਏ। 2 ਦਿਨ ਬੀਤ ਚੁੱਕੇ ਸਨ ਜਦੋਂ ਇੰਦਰਾ ਤੇ ਰੇਖਾ ਆਈਆਂ। ਹੁਣ ਬੱਚੇ ਵੀ ਇੱਕ ਦੂਜੇ ਨਾਲ ਬਹੁਤ ਘੁਲ ਮਿਲ ਗਏ ਸਨ। ਬਜ਼ੁਰਗ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ ਅਤੇ ਬੱਚੇ ਇਕੱਠੇ ਖੇਡ ਰਹੇ ਸਨ। ਫਿਰ ਰੋਹਣੀ ਦੀ ਰੋਣ ਦੀ ਆਵਾਜ਼ ਆਈ। ਆਵਾਜ਼ ਸੁਣ ਕੇ ਰੇਖਾ ਦੌੜ ਕੇ ਆਈ ਤਾਂ ਦੇਖਿਆ ਕਿ ਸ਼ਿਖਾ ਵੀ ਰੋ ਰਹੀ ਹੈ। ਰੋਹਣੀ ਰੇਖਾ ਨੂੰ ਰੋਂਦੀ ਹੈ ਤੇ ਕਹਿੰਦੀ ਹੈ, ਭਾਈ ਨੇ ਮਾਰਾ ਜ਼ੋਰ ਸੇ। ਰੇਖਾ ਨੇ ਗੁੱਸੇ ਨਾਲ ਰੋਹਨ ਵੱਲ ਵੇਖਿਆ ਤਾਂ ਰੋਹਨ ਨੇ ਸਿਵੇ ਸਪਸ਼ਟ ਤਰੀਕੇ ਨਾਲ ਕਿਹਾ, ਮੰਮੀ, ਉਸਨੇ ਸ਼ਿਖਾ ਨੂੰ ਪਹਿਲਾਂ ਮਾਰਿਆ ਜਦੋਂ ਮੈਂ ਉਸ ਨੂੰ ਮਾਰਿਆ। ਰੇਖਾ ਨੂੰ ਇਹ ਅਜੀਬ ਲੱਗਾ ਕਿ ਰੋਹਨ ਨੇ ਆਪਣੇ ਚਚੇਰੇ ਭਰਾ ਲਈ ਆਪਣੀ ਅਸਲੀ ਭੈਣ ਦਾ ਕਤਲ ਕਰ ਦਿੱਤਾ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਬੱਚੇ ਇਹਨਾਂ ਰਿਸ਼ਤਿਆਂ ਦਾ ਗਿਣਤ ਨਹੀਂ ਸਮਝਦੇ। ਆਪਣੀ ਭਾਵਨਾਵਾਂ ਦੇ ਕਾਬੂ ਰੱਖਦੀ ਰੇਖਾ ਨੇ ਰੋਹਨ ਨੂੰ ਝਿੜਕਦੇ ਹੋਏ ਕਿਹਾ, ਤੁਸੀਂ ਵੱਡੇ ਹੋ ਗਏ ਹੋ, ਸਾਨੂੰ ਦਿਸਦਾ। ਰੋਹਨ ਨੇ ਤੁਰੰਤ ਕਿਹਾ, ਮੇਰੀ ਭੈਣ ਕਿੰਨੀ ਛੋਟੀ, ਰੋਹਣੀ ਉਸ ਨੂੰ ਕੁੱਟੇਗੀ, ਫਿਰ ਮੈਂ ਉਸ ਨੂੰ ਕੁੱਟਾਂਗੀ। ਕੁਝ ਹੀ ਦੇਰ ਵਿੱਚ ਪ੍ਰੇਮਲਤਾ ਜੀ ਨੇ ਆ ਕੇ ਕਿਹਾ, ਆਓ ਹੁਣ ਛੱਡ ਦੋ ਆਤੀ ਰੋਹਣੀ, ਇਹ ਸਭ ਗੰਦ, ਤੂੰ ਮੇਰੇ ਨਾਲ ਚੱਲ ਕੇ ਲੈ ਆ। ਇਹ ਸੁਣ ਕੇ ਸਾਰੇ ਬੱਚੇ ਆਪੋ ਆਪਣਾ ਝਗੜਾ ਭੁੱਲ ਅਤੇ ਇਹ ਸਾਰੇ ਇੱਕ ਹੀ ਆਵਾਜ਼ ਵਿੱਚ ਕਹਿਣ ਲੱਗੇ, ਅੰਮਾ, ਮੈਂ ਵੀ ਸੈਰ ਕਰਨ ਜਾਵਾਂਗੇ। ਅੰਮਾ ਕਿਰਪਾ ਕਰਕੇ ਹੁਣ ਹੋਰ ਨਹੀਂ ਲੜਾਂਗੇ। ਸਾਰੇ ਆਪਣੀ ਅੰਮਾ ਨਾਲ ਸੈਰ ਕਰਨ ਚਲੇ ਗਏ। ਇਹ ਦਿਨ ਵੀ ਇਸੇ ਤਰ੍ਹਾਂ ਬੀਤ ਗਿਆ। ਰਾਤ ਨੂੰ ਸ਼ਿਖਾ ਰੋਣ ਲੱਗੀ ਕਿ ਉਹ ਰੋਹਨ ਭਾਈ ਕੋਲ ਸੋਵੇ। ਰੋਹਨ ਇੰਦਰਾ ਅਤੇ ਰੇਖਾ ਦੇ ਸਮਾਨ ਕਮਰੇ ਵਿੱਚ ਸੋ ਰਹੇ ਸਨ। ਸ਼ਿਖਾ ਵੀ ਉੱਥੇ ਹੀ ਸੌਣ ਦੀ ਜਿੱਦ ਕਰ ਰਹੀ ਸੀ। ਇਹ ਦੇਖ ਕੇ ਰੋਹਣੀ, ਜੋ ਆਪਣੀ ਦਾਦੀ ਦੇ ਨਾਲ ਸੋ ਰਹੀ ਸੀ, ਵੀ ਕਹਿਣ ਲੱਗੀ ਕਿ ਮੈਂ ਵੀ ਆਪਣੀ ਮਾਂ ਨਾਲ ਸੌਣਾ ਹੈ। ਇਸ ਸਭ ਦੇ ਵਿਚਕਾਰ ਰੋਹਨ ਨੇ ਬੜੇ ਜੋਸ਼ ਨਾਲ ਬੋਲਿਆ, ਆ ਜਾ ਰੋਹਣੀ, ਤੂੰ ਅੰਮਾ ਨਾਲ ਸੌਵੇਂਗੀ, ਸ਼ਿਖਾ ਸਾਡੇ ਨਾਲ ਸੋਵੇਗੀ। ਇਸ ਦੌਰਾਨ ਰਸ਼ਮੀ ਨੇ ਸ਼ਿਖਾ ਨੂੰ ਸਮਝਾਉਂਦੇ ਹੋਏ ਕਿਹਾ, ਬੇਟਾ ਤੁਸੀਂ ਸਾਡੇ ਨਾਲ ਸੋਵੋ, ਉੱਥੇ ਹੀ ਪਰੇਸ਼ਾਨ ਹੋ ਜਾਓਗੇ। ਸ਼ਿਖਾ ਨੇ ਤੁਰੰਤ ਕਿਹਾ, ਨਹੀਂ ਮੰਮੀ, ਮੈਂ ਰੋਹਨ ਭਾਈਆ ਨਾਲ ਸੌਣਾ ਚਾਹੁੰਦੀ ਹਾਂ। ਰਸ਼ਮੀ ਸ਼ਿਖਾ ਨੂੰ ਖਿੱਚ ਕੇ ਕਮਰੇ ਵਿੱਚ ਲੈ ਆਈ। ਉਹਨਾਂ ਦੇ ਬੱਚੇ ਰਿਸ਼ਤਿਆਂ ਵਿੱਚ ਫਰਕ ਨਹੀਂ ਪਾ ਰਹੇ ਹਨ। ਰਸ਼ਮੀ ਨੇ ਗੁੱਸੇ ਨਾਲ ਸ਼ਿਖਾ ਨੂੰ ਕਮਰੇ ਵਿੱਚ ਸੁੱਤਾ। ਉਹ ਰੋ ਰਹੀ ਸੀ। ਰਜਿੰਦਰ ਵੀ ਲੇਟਿਆ ਹੋਇਆ ਸੀ। ਲక్ష్ਮੀ ਗੁੱਸੇ ਨਾਲ ਬੜਬੜ ਕਰ ਰਹੀ ਸੀ, ਮੇਰੇ ਬੱਚੇ ਵੀ ਪਾਗਲ ਪੈਦਾ ਹੋਏ ਸਨ। ਤਾਓ ਤਾਈ ਨਾਲ ਸੋ ਜਾਂਦੀ ਹੈ, ਉਹ ਵੀ ਤੁਹਾਨੂੰ ਸੌਣਾ ਚਾਹੁੰਦੀ ਹੈ। ਝੱਟ ਹੀ ਸ਼ਿਖਾ ਨੇ ਲੇਟਦਿਆਂ ਹੋਏ, ਤੂੰ ਮੈਨੂੰ ਸੌਣ ਲਈ ਲਿਆਇਆ, ਤੂੰ ਗੰਦਾ ਹੈ। ਇਹ ਸੁਣ ਕੇ ਲక్ష్ਮੀ ਨੇ ਜਲਣ ਵਾਲੀਆਂ ਅੱਖਾਂ ਨਾਲ ਸ਼ਿਖਾ ਵੱਲ ਦੇਖਿਆ। ਸ਼ਿਖਾ ਵੀ ਚੁੱਪਚਾਪ ਲక్ష్ਮੀ ਦੇ ਕੋਲ ਲੇਟ ਗਈ। ਲక్ష్ਮੀ ਫਿਰ ਬੁੜਬੁੜਾਉਣ ਲੱਗੀ, ਜਦੋਂ ਤੁਹਾਨੂੰ ਸੱਟ ਲੱਗੀ ਸੀ ਤਾਂ ਕਿਸੇ ਨੇ ਪੁੱਛਣ ਲਈ ਵੀ ਨਹੀਂ ਬੁਲਾਇਆ। ਜੇ ਪਿਆਰ ਹੁੰਦਾ ਤਾਂ ਇੱਕ ਵਾਰੀ ਪੁੱਛਦਾ। ਜੋ ਸਿਖਰ ਬਿਮਾਰ ਸੀ ਤਾਂ ਉਹ ਆਪਣੇ ਨਾਨਕੇ ਘਰ ਆਇਆ ਸੀ, ਪਰ 30 ਕਿਲੋਮੀਟਰ ਪੈਦਲ ਚੱਲ ਕੇ ਇੱਥੇ ਨਹੀਂ ਪਹੁੰਚ ਸਕਿਆ। ਲੜਾਈ ਸੱਸ ਨਾਲ ਸੀ ਜਾਂ ਮੇਰੇ ਬੱਚਿਆਂ ਨੂੰ। ਪੈਸੇ ਲੈਣ ਵੇਲੇ ਉਹਨਾਂ ਨੂੰ ਸੱਸ ਦੇ ਸਹੁਰਾ ਹੀ ਯਾਦ ਆਉਂਦਾ ਹੈ ਅਤੇ ਅਸੀਂ ਇੱਥੇ ਰਹਿੰਦੇ ਹਾਂ, ਇਸ ਲਈ ਸਾਨੂੰ ਵੀ ਬੋਲਣਾ ਪਵੇਗਾ। ਪਰ ਮੇਰੇ ਬੱਚੇ ਵੀ ਮੂਰਖ ਹਨ, ਪਤਾ ਨਹੀਂ ਕਦੋਂ ਸਮਝ ਆਉਣਗੇ। ਇਸ ਦੌਰਾਨ ਰਜਿੰਦਰ ਨੇ ਕਿਹਾ, ਦੋਸਤ ਮੈਨੂੰ ਹੁਣ ਸੌਣ ਦਿਓ।
ਲక్ష్ਮੀ ਨੇ ਝਟ ਕਿਹਾ, ਸੌਂ ਜਾ, ਜਿਉਂ ਮੈਂ ਕੁਝ ਨਹੀਂ ਕਹਾਂਗੀ। ਹਾਂ, ਮੈਂ ਵੀ ਕਿਵੇਂ ਬੋਲ ਸਕਦੀ ਹਾਂ, ਮੇਰੇ ਪਤੀ ਮੇਰੀ ਆਵਾਜ਼ ਨੂੰ ਦਬਾ ਦਿੰਦਾ ਹੈ। ਅਜਿਹਾ ਹੀ ਕੁਝ ਇੰਦਰਾ ਅਤੇ ਰੇਖਾ ਦੇ ਕਮਰੇ ਵਿੱਚ ਸੀ। ਉੱਥੇ ਹੀ ਰੇਖਾ ਰੋਹਨ 'ਤੇ ਆਪਣਾ ਗੁੱਸਾ ਕੱਢ ਰਹੀ ਸੀ। ਕੋਈ ਮਰਿਆਦਾ ਨਹੀਂ ਹੈ, ਉਸਨੇ ਰੋਹਿਣੀ ਨੂੰ ਇੰਨੀ ਤੇਜ਼ੀ ਨਾਲ ਮਾਰਿਆ। ਇਹ ਮੇਰੀ ਭੈਣ ਹੈ, ਉਸ ਦੀ ਮਾਂ ਨਹੀਂ ਚਾਹੁੰਦੀ ਕਿ ਉਹ ਤੁਹਾਡੇ ਨੇੜੇ ਆਵੇ, ਤੇ ਇੱਕ ਅਜਿਹਾ ਹੈ ਜੋ ਉਸ 'ਤੇ ਪਿਆਰ ਦੀ ਵਰਖਾ ਕਰ ਰਿਹਾ ਹੈ। ਰੋਹਨ ਨੇ ਹੈਰਾਨ ਹੋ ਕੇ ਕਿਹਾ, ਉਹ ਵੀ ਮੇਰੀ ਭੈਣ? ਰੇਖਾ ਨੇ ਝੱਟ ਝਿੜਕਦੇ ਹੋਏ ਕਿਹਾ, ਚੁੱਪ, ਜਿਹੜਾ ਵੱਡਾ ਭਰਾ ਬਣਨ ਵਾਲਾ ਹੈ ਉਹ ਆ ਗਿਆ, ਉਸ ਨੂੰ ਪਤਾ ਨਹੀਂ? ਤੁਹਾਡੀ ਮਾਂ ਇੱਥੇ ਰਹਿ ਕੇ ਤੁਹਾਡਾ ਹੱਕ ਖਾ ਰਹੀ ਹੈ, ਸਾਰੇ ਫੰਡ ਖਾ ਰਹੇ ਹੈ। ਜੇ ਸਾਨੂੰ ਕਦੇ ਲੋੜ ਪਵੇ ਤਾਂ ਸਾਨੂੰ ਹੱਥ ਫੈਲਾ ਕੇ ਭੀਖ ਮੰਗਣੀ ਪੈਂਦੀ ਹੈ। ਮੈਂ ਇਸ 'ਤੇ ਵੀ ਬੁਰਾ ਹਾਂ, ਉਹ ਬੇਸ਼ਰਮ ਆ। ਨਹੀਂ ਤਾਂ ਲక్ష్ਮੀ ਅਤੇ ਰਜਿੰਦਰ ਇੱਥੇ ਬਿਲਕੁਲ ਨਹੀਂ ਆਉਣਾ ਚਾਹੁੰਦੇ। ਉਹ ਮੇਰੇ ਬੱਚਿਆਂ ਲਈ ਵੀ ਬਹੁਤ ਚੰਗੇ ਹਨ। ਪਤਾ ਨਹੀਂ ਮੇਰੇ ਬੱਚੇ ਕਦੋਂ ਵੱਡੇ ਹੋਣਗੇ। ਇਸ ਤਰ੍ਹਾਂ ਰਾਤ ਬੀਤ ਗਈ ਅਤੇ ਅਗਲੇ ਦਿਨ ਫਿਰ ਉਹੀ ਰੁਟੀਨ ਸ਼ੁਰੂ ਹੋ ਗਿਆ। ਰਜਿੰਦਰ ਕੰਮ 'ਤੇ ਗਿਆ ਹੋਇਆ ਸੀ, ਜਦੋਂ ਕਿ ਇੰਦਰਾ ਕੁਝ ਪੁਰਾਣੇ ਦੋਸਤਾਂ ਨੂੰ ਮਿਲਣ ਲਈ ਬਾਹਰ ਗਈ ਸੀ। ਘਰ ਵਿੱਚ ਅਮਨ ਜੀ, ਪ੍ਰੇਮਲਤਾ ਜੀ, ਆਭਾ, ਰੇਖਾ, ਲక్ష్ਮੀ ਅਤੇ ਬੱਚੇ ਸਨ। ਰੇਖਾ ਅਤੇ ਲక్ష్ਮੀ ਅੰਦਰ ਕੋਈ ਕੰਮ ਕਰ ਰਹੀਆਂ ਸਨ। ਬਾਕੀ ਲੋਕ ਸਵੇਰ ਦਾ ਕੰਮ ਮੁਕਾ ਕੇ ਬਰਾਂਡੇ ਵਿੱਚ ਬੈਠੇ ਸਨ ਅਤੇ ਬੱਚੇ ਖੇਡ ਰਹੇ ਸਨ, ਜਿਸ ਕਾਰਨ ਬੱਚਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ। ਇਸ ਵਾਰ ਰੋਹਨ ਅਤੇ ਸ਼ਿਖਾ ਵਿਚਕਾਰ ਲੜਾਈ ਹੋਈ। ਸ਼ਿਖਾ ਵੱਲ ਦਾ ਮਨ ਸਮਾਨ ਸੀ ਅਤੇ ਉਸਨੇ ਕਿਹਾ, ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਜਦੋਂ ਮੈਂ ਦੁਖੀ ਹੋਈ ਸੀ ਤਾਂ ਤੁਸੀਂ ਮੈਨੂੰ ਮਿਲਣ ਵੀ ਨਹੀਂ ਆਏ। ਇਹ ਸੁਣ ਕੇ ਰੋਹਨ ਨੇ ਵੀ ਕਿਹਾ, ਜ਼ਿਆਦਾ ਨਾ ਬੋਲੋ, ਇੱਥੇ ਕੋਈ ਨਹੀਂ ਚਾਹੁੰਦਾ ਕਿ ਅਸੀਂ ਇੱਥੇ ਆਵਾਂ। ਚਾਚਾ ਮਾਸੀ ਵੀ ਨਹੀਂ ਚਾਹੁੰਦੇ, ਉਹ ਸੋਚਦੇ ਹਨ ਕਿ ਅਸੀਂ ਪੈਸੇ ਲੈ ਜਾਵਾਂਗੇ। ਸ਼ਿਖਾ ਨੇ ਵੀ ਇਹੀ ਕਿਹਾ, ਤੁਸੀਂ ਦਾਦਾ ਦਾਦੀ ਨੂੰ ਕਿੱਥੇ ਪਿਆਰ ਕਰਦੇ ਹੋ, ਤੁਸੀਂ ਉਹਨਾਂ ਤੋਂ ਪੈਸੇ ਲੈਣ ਆਏ ਹੋ। ਰੋਹਨ ਨੇ ਇਹ ਵੀ ਕਿਹਾ, ਤੁਸੀਂ ਗੰਦੇ ਹੋ ਅਤੇ ਮੇਰੀ ਭੈਣ ਸਿਰਫ ਰੋਣੀ ਹੈ। ਸ਼ਿਖਾ ਨੇ ਇਹ ਵੀ ਕਿਹਾ, ਮੇਰਾ ਭਰਾ ਵੀ ਸ਼ਿਖਰ ਹੈ। ਇਹ ਸਭ ਸੁਣ ਕੇ ਰੇਖਾ ਤੇ ਲక్ష్ਮੀ ਵੀ ਅੰਦਰੋਂ ਬਾਹਰ ਆ ਗਈਆਂ ਅਤੇ ਦੋਵਾਂ ਬੱਚਿਆਂ ਨੂੰ ਸ਼ਾਂਤ ਕਰਕੇ ਅੰਦਰ ਲੈ ਗਈਆਂ। ਅਮਨ ਜੀ ਅਤੇ ਪ੍ਰੇਮਲਤਾ ਚੁੱਪਚਾਪ ਬੈਠ ਕੇ, ਇੰਜ ਲੱਗਦਾ ਸੀ ਜਿਵੇਂ ਕਿਸੇ ਸੱਪ ਨੇ ਆਭਾ ਨੂੰ ਸੰਗ ਲਿਆ ਹੋਵੇ। ਰੇਖਾ ਤੇ ਲక్ష్ਮੀ ਹੈਰਾਨ ਰਹਿ ਗਈਆਂ, ਪਰ ਸ਼ਾਇਦ ਮਨ ਵਿੱਚ ਕੁਝ ਸ਼ਾਂਤੀ ਸੀ ਕਿ ਹੁਣ ਉਸ ਦੇ ਬੱਚੇ ਸਮਝਦਾਰ ਹੋ ਗਏ ਸਨ।